ਸਭ ਤੋਂ ਪਹਿਲਾਂ ਜ਼ਿਲ੍ਹਾ ਬਰਨਾਲਾ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਬਰਨਾਲਾ ਦੇ ਹਫ਼ਤਾਵਾਰੀ ਫੇਸਬੁੱਕ ਪੇਜ ਤੇ ਕੋਰੋਨਾ ਵਾਇਰਸ ਸੰਬੰਧੀ ਅਪਡੇਟ ਅਤੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਮੈਂ ਬੇਨਤੀ ਕਰਾਂਗਾ ਮਾਨਯੋਗ ਸਿਵਲ ਸਰਜਨ ਡਾਕਟਰ ਹਰਿੰਦਰਜੀਤ ਸਿੰਘ ਜੋ ਕਿ ਪਿਛਲੇ ਹਫ਼ਤੇ ਆਪਣੇ 1 ਜਨਵਰੀ ਨੂੰ ਨਵੇਂ ਸਾਲ ਦੇ ਦੌਰਾਨ ਇੱਥੇ ਅਹੁਦਾ ਸੰਭਾਲਿਆ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਤਾਜ਼ਾ ਅਪਡੇਟ ਅਤੇ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ। ਮਾਨਯੋਗ ਸਿਵਲ ਸਰਜਨ ਡਾਕਟਰ ਹਰਿੰਦਰਜੀਤ ਸਿੰਘ। ਸਾਰੇ ਬਰਨਾਲਾ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ ਅਤੇ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਬਾਦ। ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਆਨਰੇਬਲ ਸ਼੍ਰੀ ਤੇਜ ਪ੍ਰਤਾਪ ਸਿੰਘ ਜੀ ਫੂਲਕਾ ਅਤੇ ਬਾਕੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੈਲਥ ਵਿਭਾਗ ਦੇ ਸਪੋਰਟ ਦੇ ਨਾਲ ਅਸੀਂ ਕੋਰੋਨਾ ਵਾਇਰਸ ਦੇ ਸੰਬੰਧੀ ਅਲੱਗ-ਅਲੱਗ ਐਕਟੀਵਿਟੀਜ਼ ਚਲਾ ਰਹੇ ਹਾਂ। ਸਭ ਤੋਂ ਪਹਿਲਾਂ ਮੀਡੀਆ ਬੁਲੇਟਿਨ ਦੇ ਬਾਰੇ 'ਚ ਹੁਣ ਤੱਕ ਪਿਛਲੇ ਸਾਲ 'ਚ ਅਸੀਂ 67,478 ਕੇਸਿਸ ਸੈਂਪਲ ਭੇਜੇ ਹਨ ਜਿਹੜੇ ਕਿ ਸਸਪੈਕਟਡ ਕੇਸਾਂ ਦੇ ਸੀ। ਇਹਨਾਂ ਦੇ ਵਿੱਚੋਂ 2291 ਪੋਜ਼ਿਟਿਵ ਆਏ, 63,749 ਨੈਗੇਟਿਵ ਆਏ ਅਤੇ 656 'ਚ ਹਲੇ ਰਿਜ਼ਲਟਸ ਅਵੇਟਡ ਹੈ। ਜਿਹੜੇ ਪੋਜ਼ਿਟਿਵ ਪੇਸ਼ੈਂਟਸ ਆਏ ਉਹਨਾਂ ਚੋਂ 2171 ਕਿਉਰ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ, ਠੀਕ ਹੋ ਗਏ। 56 ਕੇਸ ਹਲੇ ਵੀ ਅਸੀਂ ਐਕਟਿਵ ਦੀ ਸ਼੍ਰੇਣੀ ਵਿੱਚ ਰੱਖੇ ਹੋਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੋਈ ਵੀ ਪੇਸ਼ੈਂਟ ਕ੍ਰਿਟੀਕਲ ਨਹੀਂ ਹੈ, ਕਿਸੇ ਨੂੰ ਵੀ ਵੈਂਟੀਲੇਟਰ ਤੇ ਨਹੀਂ ਪਾਉਣ ਦੀ ਜ਼ਰੂਰਤ ਪਈ। ਇਸ ਤੋਂ ਇਲਾਵਾ ਇੱਕ ਰਾਹਤ ਭਰੀ ਖਬਰ ਇਹ ਹੈ ਕਿ ਪਿਛਲੇ 24 ਘੰਟਿਆਂ 'ਚ ਕੇਵਲ ਇੱਕ ਪੋਜ਼ਿਟਿਵ ਕੇਸ ਆਇਆ ਹੈ ਜੋ ਕਿ ਧਨੌਲਾ ਬਲਾਕ 'ਚੋਂ ਸੀ। ਬਰਨਾਲੇ ਦਾ ਕੋਈ ਵੀ ਪੋਜ਼ਿਟਿਵ ਕੇਸ ਨਹੀਂ ਸੀਗਾ। ਮਹਿਲ ਕਲਾਂ ਤਪਾ ਦਾ ਵੀ ਕੋਈ ਪੋਜ਼ਿਟਿਵ ਕੇਸ ਨਹੀਂ ਸੀ। ਹੁਣ ਅਸੀਂ ਆਉਣ ਵਾਲੇ ਸਮੇਂ 'ਚ ਕੋਵਿਡ ਵੈਕਸੀਨੇਸ਼ਨ ਦੇ ਬਾਰੇ ਵਿੱਚ ਬੜੀ ਡਿਟੇਲਡ ਤਿਆਰੀਆਂ ਕਰ ਰਹੇ ਹਾਂ। ਪਹਿਲਾਂ ਤਾਂ 8 ਤਰੀਕ ਨੂੰ ਯਾਨੀ ਕਿ ਪਰਸੋਂ ਇੱਕ ਡਰਾਈ ਰਨ ਅਰੇਂਜ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਸਾਡੇ 3 ਸੈਂਟਰ ਬਰਨਾਲਾ, ਧਨੌਲਾ ਔਰ ਬਰਨਾਲਾ, ਤਪਾ ਤੇ ਮਹਿਲ ਕਲਾਂ 3 ਜਗ੍ਹਾ ਅਸੀਂ ਇਹ ਡਰਾਈ ਰਨ ਕੈਰੀ ਆਊਟ ਕਰਾਂਗੇ। ਡਰਾਈ ਰਨ ਦਾ ਮਤਲਬ ਇਹ ਹੈ ਕਿ ਵੈਕਸੀਨ ਲਾਣਾ ਨਹੀਂ ਹੈ, ਲੇਕਿਨ ਸਾਡੇ ਹਸਪਤਾਲ ਦੇ ਕਰਮਚਾਰੀ ਜਾਂ ਹੋਰ ਜਿਹੜੇ ਹੈਲਥ ਵਰਕਰਸ ਹਨ ਉਹਨਾਂ ਨੂੰ ਬੁਲਾ ਕੇ ਜੋ ਵੈਕਸੀਨੇਸ਼ਨ ਦੀ ਪ੍ਰਕਿਰਿਆ ਦਾ ਇੱਕ ਤਰ੍ਹਾਂ ਦੀ ਰਿਹਰਸਲ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੇ ਹਫਤੇ 'ਚ ਹਾਲੇ ਤਰੀਕ ਸਰਕਾਰ ਵੱਲੋਂ ਘੋਸ਼ਿਤ ਹੋਏਗੀ। ਹੋ ਸਕਦਾ ਹੈ ਕਿ ਹਫਤੇ 10 ਦਿਨਾਂ 'ਚ ਅਸੀਂ ਐਕਚੁਅਲ ਵੈਕਸੀਨੇਸ਼ਨ ਵੀ ਸ਼ੁਰੂ ਕਰ ਦਈਏ। ਵੈਕਸੀਨੇਸ਼ਨ ਦੇ ਬਾਰੇ ਵਿੱਚ ਡਿਟੇਲਡ ਗਾਈਡਲਾਈਨਸ ਆ ਚੁੱਕੀਆਂ ਹਨ। ਅਸੀਂ ਆਪਣੇ ਵੱਲੋਂ ਆਪਣੇ ਹੈਲਥ ਸੈਂਟਰਸ ਦੇ ਵਿੱਚ ਇਹਨਾਂ ਦੀ ਸਾਰੀ ਤਿਆਰੀ ਕਰ ਚੁੱਕੇ ਹਾਂ। ਟੀਮਾਂ ਵੀ ਬਣ ਚੁੱਕੀਆਂ ਹਨ। ਅਕੋਰਡਿੰਗਲੀ ਵੈਕਸੀਨੇਸ਼ਨ ਦਾ ਸਾਰਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। 2 ਵੈਕਸੀਨ ਲਾਏ ਜਾਣ 2 ਡੋਜ਼ਸ ਵੈਕਸੀਨ ਦੀਆਂ ਲਾਈਆਂ ਜਾਣਗੀਆਂ। ਇੱਕ ਪਹਿਲਾਂ, ਇੱਕ ਉਸ ਤੋਂ 4 ਹਫ਼ਤੇ ਬਾਅਦ। 2 ਤਰ੍ਹਾਂ ਦੇ ਵੈਕਸੀਨ ਇੱਥੇ ਅਵੇਲੇਬਲ ਹਨ। ਇੱਕ ਕੋਵੈਕਸੀਨ ਹੈ, ਇੱਕ ਸੀਰਮ ਇੰਸਟੀਚਿਊਟ ਦਾ ਵੈਕਸੀਨ ਹੈ। ਦੋਵੇਂ ਹੀ ਇਫੈਕਟਿਵ ਹਨ। ਦੋਨਾਂ ਦੀ ਹੀ ਇਫੈਕਟਿਵਨੈਸ ਔਰ ਸੇਫਟੀ ਦੇ ਬਾਰੇ 'ਚ
ਪਹਿਲਾਂ ਹੀ ਸਾਰਾ ਜਾਂਚ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਵਿੱਚ ਆ ਸਕਦੇ ਹਨ, ਜਿਵੇਂ ਕਿ ਕੀ ਇਹ ਵੈਕਸੀਨ ਸਾਰਿਆਂ ਨੂੰ ਇਕੱਠੇ ਹੀ ਦਿੱਤਾ ਜਾਏਗਾ? ਤਾਂ ਉਸ ਦਾ ਜਵਾਬ ਇਹ ਹੈ ਕਿ ਸਭ ਤੋਂ ਪਹਿਲਾਂ ਹੈਲਥ ਵਰਕਰਸ, ਜਿਹੜੇ ਸਾਡੇ ਹੈਲਥ ਕੇਅਰ ਵਰਕਰਸ ਹੈ ਹਸਪਤਾਲਾਂ 'ਚ, ਚਾਹੇ ਸਰਕਾਰੀ ਹੈ ਜਾਂ ਪ੍ਰਾਈਵੇਟ, ਉੱਥੇ ਕੰਮ ਕਰਦੇ ਹਨ, ਡਾਕਟਰਸ ਹਨ, ਨਰਸਿਸ ਹਨ, ਹੋਰ ਪੈਰਾਮੈਡੀਕਲ ਸਟਾਫ ਹਨ, ਉਹਨਾਂ ਨੂੰ ਇਹ ਵੈਕਸੀਨ ਲਗਾਏ ਜਾਣਗੇ। ਉਸ ਤੋਂ ਬਾਅਦ ਦੂਸਰੇ ਗਰੁੱਪ ਵਿੱਚ ਜਿਹੜੇ ਫਰੰਟ ਲਾਈਨ ਵਰਕਰਸ ਹੈ ਉਹਨਾਂ ਨੂੰ ਲਾਏ ਜਾਣਗੇ। ਫਰੰਟ ਲਾਈਨ ਵਰਕਰ ਜਿਨ੍ਹਾਂ ਪੁਲਿਸ ਦੇ ਕਰਮਚਾਰੀ ਹਨ ਜਾਂ ਹੋਰ ਜਿਹੜੀਆਂ ਸਪੋਰਟ ਸਰਵਿਸਿਜ਼ ਹੈ ਉਹਨਾਂ ਦੇ ਕਰਮਚਾਰੀ ਹਨ। ਉਸ ਤੋਂ ਅਗਲਾ ਗਰੁੱਪ ਹੋਏਗਾ ਜਿਸ 'ਚ 50 ਸਾਲ ਤੋਂ ਜ਼ਿਆਦਾ ਉਮਰ ਦੇ ਜਾਂ ਜਿਨ੍ਹਾਂ ਨੂੰ ਕੋਮੋਰਬਿਡ ਕੰਡੀਸ਼ਨਸ ਜਿਵੇਂ ਕਿ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਦਿਲ ਦੀ ਬਿਮਾਰੀ ਹੈ, ਕਿਡਨੀ ਦਾ ਕੋਈ ਬਿਮਾਰੀ ਹੈ, ਉਹਨਾਂ ਨੂੰ ਇਹ ਇੰਜੈਕਸ਼ਨ ਲਗਾਏ ਜਾਣਗੇ। ਉਸ ਤੋਂ ਬਾਅਦ ਫਿਰ ਜਿਹੜੇ ਹੋਰ ਜ਼ਰੂਰਤਮੰਦ ਪਬਲਿਕ ਦੇ ਮੈਂਬਰਸ ਹੈ ਉਹਨਾਂ ਨੂੰ ਇਹ ਵੈਕਸੀਨ ਅਗਲੀ ਸਟੇਜ ਵਿੱਚ ਦਿੱਤੇ ਜਾਣਗੇ। ਫਿਰ ਸਵਾਲ ਆਉਂਦਾ ਹੈ ਕਿ ਕੀ ਇਹ ਵੈਕਸੀਨ ਇੰਨੇ ਥੋੜ੍ਹੇ ਸਮੇਂ ਵਿੱਚ ਤਿਆਰ ਕਰ ਲਿਆ ਗਿਆ ਹੈ ਕਿ ਇਹ ਸੇਫ ਹੋਏਗਾ? ਉਸ ਦੇ ਬਾਰੇ 'ਚ ਅਸੀਂ ਇਹ ਸਾਰਿਆਂ ਨੂੰ ਤਸੱਲੀ ਦੇਣਾ ਚਾਹਾਂਗੇ ਕਿ ਜਿਹੜੀਆਂ ਰੈਗੂਲੇਟਰੀ ਬਾਡੀਜ਼ ਹੈ ਉਹਨਾਂ ਨੇ ਇਹਦੇ ਬਾਰੇ 'ਚ ਵਿਆਪਕ ਟੈਸਟਿੰਗ ਕੀਤੀ ਹੈ ਅਤੇ ਉਸ ਦੀ ਸੇਫਟੀ ਔਰ ਐਫੀਕੇਸੀ ਦੋਵੇਂ ਇਨਸ਼ੋਰ ਕਰਨ ਤੋਂ ਬਾਅਦ ਹੀ ਇਹ ਵੈਕਸੀਨ ਜਨਤਾ ਨੂੰ ਪ੍ਰੋਵਾਈਡ ਕੀਤਾ ਜਾਵੇਗਾ। ਇਹ ਵੈਕਸੀਨ ਵੋਲੰਟਰੀ ਹੈ, ਕੋਈ ਜ਼ਬਰਦਸਤੀ ਨਹੀਂ ਹੈ। ਜੇ ਕੋਈ ਨਹੀਂ ਲਵਾਉਣਾ ਚਾਹੁੰਦਾ ਤਾਂ ਨਾ ਲਵਾਵੇ। ਕੋਈ ਜ਼ਬਰਦਸਤੀ ਨਹੀਂ ਹੈ, ਵੋਲੰਟਰੀ ਹੋਏਗਾ। ਲੇਕਿਨ ਹਾਂ ਇਹ ਜ਼ਰੂਰ ਅਸੀਂ ਸਲਾਹ ਦੇਵਾਂਗੇ ਕਿ ਲਵਾਉਣਾ ਚਾਹੀਦਾ, ਸਾਰਿਆਂ ਨੂੰ ਲਵਾਉਣਾ ਚਾਹੀਦਾ ਤਾਂ ਕਿ ਆਪਣੇ ਆਪ ਦਾ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ ਔਰ ਅੱਗੇ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲ ਸਕੇ। ਪਹਿਲਾਂ ਇਹ ਕਰਨਾ। ਇੱਕ ਸਵਾਲ ਆਇਆ ਹੈ ਜੀ ਕਿ ਕਰੋਨਾ ਵਾਇਰਸ ਕਦੋਂ ਖਤਮ ਹੋਵੇਗਾ? ਦੇਖੋ ਇਹਦੇ ਬਾਰੇ 'ਚ ਨੰਬਰ ਆਫ ਕੇਸਿਸ ਪਹਿਲਾਂ ਨਾਲੋਂ ਘਟਦਾ ਜਾ ਰਿਹਾ ਲਗਾਤਾਰ। ਤੁਸੀਂ ਰੋਜ਼ ਰਿਪੋਰਟਾਂ ਦੇਖਦੇ ਹੋ, ਅਖਬਾਰ 'ਚ ਵੀ ਦੇਖਦੇ ਹੋ, ਮੈਂ ਵੀ ਹੁਣੇ ਦੱਸ ਕੇ ਹਟਿਆ ਕਿ ਨੰਬਰ ਆਫ ਕੇਸਿਸ ਬਹੁਤ ਘਟ ਗਏ ਹੈ। ਪਰ ਇਹ ਹੈ ਵੀ ਐਟ ਦਾ ਸੇਮ ਟਾਈਮ ਨਵੇਂ ਸਟ੍ਰੇਨ ਵੀ ਆ ਰਹੇ ਹੈ। ਜਿੱਦਾਂ ਬ੍ਰਿਟੇਨ ਤੋਂ ਕੁਝ ਲੋਕ ਆਏ ਹੈ, ਉਹ ਨਵਾਂ ਸਟ੍ਰੇਨ ਲੈ ਕੇ ਆਏ ਹੈ, ਉਹਦਾ ਫੈਲਾਅ ਥੋੜ੍ਹਾ ਤੇਜ਼ ਹੈ। ਤਾਂ ਸਰਕਾਰ ਵੱਲੋਂ, ਹੈਲਥ ਮਹਿਕਮੇ ਵੱਲੋਂ ਇਹ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਨੂੰ ਆਸ ਹੈ ਕਿ ਆਉਣ ਵਾਲੇ ਭਵਿੱਖ 'ਚ ਛੇਤੀ ਹੀ ਅਸੀਂ ਇਹਦੇ ਉੱਪਰ ਕਾਬੂ ਪਾ ਲਵਾਂਗੇ ਤੇ ਇਸ ਬਿਮਾਰੀ ਤੋਂ ਸਾਨੂੰ ਨਿਜਾਤ ਮਿਲ ਸਕੇਗੀ। ਕੁਝ ਸਵਾਲ ਹੋਰ ਸੀ ਜਿਨ੍ਹਾਂ ਦੇ ਬਾਰੇ 'ਚ ਮੈਂ ਕਲੀਅਰ ਕਰਨਾ ਚਾਹਾਂਗਾ। ਕਈ ਲੋਕ ਪੁੱਛਦੇ ਹੈ ਕਿ ਜਿਹੜਾ ਬੰਦਾ ਕੋਵਿਡ ਦਾ ਪੋਜ਼ਿਟਿਵ ਹੋ ਕੇ ਠੀਕ ਹੋ ਚੁੱਕਿਆ ਹੈ ਕਿ ਉਸ ਨੂੰ ਵੀ ਵੈਕਸੀਨ ਲਵਾਉਣਾ ਚਾਹੀਦਾ? ਤਾਂ ਉਹਦੇ 'ਚ ਅਸੀਂ ਇਹੀ ਸਲਾਹ ਦੇਵਾਂਗੇ ਕਿ ਸਾਰਿਆਂ ਨੂੰ ਹੀ ਵੈਕਸੀਨ ਦੀਆਂ 2 ਡੋਜ਼ਾਂ ਲਵਾਉਣੀਆਂ ਚਾਹੀਦੀਆਂ ਤਾਂ ਕਿ ਸਰੀਰ ਦੇ ਅੰਦਰ ਇਮਿਊਨ ਰਿਸਪੌਂਸ ਪੂਰਾ ਬਣ ਸਕੇ, ਆਉਣ ਵਾਲੇ ਸਮੇਂ 'ਚ ਪ੍ਰੋਟੈਕਸ਼ਨ ਪੂਰੇ ਫੁੱਲ ਲੈਵਲ 'ਤੇ ਬਣੀ ਰਹੇ। ਜੇ ਕਿਸੇ ਬੰਦੇ ਨੂੰ ਡਾਊਟ ਹੈ ਕਿ ਉਹ ਪੋਜ਼ਿਟਿਵ ਹੈ ਜਾਂ ਉਹਨੂੰ ਇਨਫੈਕਸ਼ਨ ਹੈ, ਇਸ ਵੇਲੇ ਐਕਟਿਵ ਬਿਮਾਰੀ ਹੈ, ਤਾਂ ਉਸ ਨੂੰ 14 ਦਿਨ ਦਾ ਵਕਫਾ ਦੇ ਕੇ ਉਸ ਤੋਂ ਬਾਅਦ ਜਦੋਂ ਨੈਗੇਟਿਵ ਹੋ ਜਾਣ ਫਿਰ ਇਹ ਟੀਕਾ ਲਵਾਉਣਾ ਚਾਹੀਦਾ। ਕਿਉਂਕਿ ਉਸ ਹਾਲਤ 'ਚ ਜੇ ਉਹ ਟੀਕਾ ਲਵਾਉਣ ਆਉਣਗੇ ਤਾਂ ਉਹਨਾਂ ਤੋਂ ਫੈਲਾਅ ਦੂਸਰਿਆਂ ਤੱਕ ਹੋ ਕੇ ਸਗੋਂ ਫਾਇਦੇ ਦੀ ਬਜਾਏ ਸਾਰਿਆਂ ਦਾ ਨੁਕਸਾਨ ਹੋ ਸਕਦਾ ਹੈ। ਫਿਰ ਅਖਬਾਰਾਂ 'ਚ ਆ ਰਿਹਾ ਕਿ ਕਈ ਤਰ੍ਹਾਂ ਦੇ ਵੈਕਸੀਨ ਮਾਰਕੀਟ 'ਚ ਅਵੇਲੇਬਲ ਹਨ ਜਾਂ ਹੁਣ ਅਵੇਲੇਬਲ ਹੋ ਜਾਣਗੇ ਆਉਣ ਵਾਲੇ ਸਮੇਂ 'ਚ, ਤੇ ਉਹਨਾਂ 'ਚੋਂ ਕਿਹੜਾ ਲਵਾਉਣਾ ਚਾਹੀਦਾ? ਤਾਂ ਉਹਦੇ 'ਚ ਮੈਂ ਇਹ ਗੁਜ਼ਾਰਿਸ਼ ਕਰਨਾ ਚਾਹੂੰਗਾ ਕਿ ਜਿਹੜੇ ਵੀ ਵੈਕਸੀਨ ਅਵੇਲੇਬਲ ਕੀਤੇ ਜਾ ਰਹੇ ਹੈ, ਇਹ ਡਰੱਗ ਕੰਟਰੋਲਰ
ਡਰੱਗ ਰੈਗੂਲੇਟਰ DCGI ਹੈ ਜੋ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ, ਉਹਦੇ ਵੱਲੋਂ ਪੂਰੀ ਜਾਂਚ ਤੋਂ ਬਾਅਦ ਹੀ ਅਲਾਉ ਕੀਤੇ ਜਾਂਦੇ ਆ। ਇਸ ਕਰਕੇ ਸਾਰੇ ਹੀ ਸੇਫ ਹੈ, ਸਾਰੇ ਹੀ ਅਸਰਦਾਰ ਹੈ। ਹਾਂ, ਇੰਨਾ ਜ਼ਰੂਰ ਧਿਆਨ ਰੱਖੋ ਕਿ ਜਿਹੜੀ ਪਹਿਲੀ ਡੋਜ਼ ਜਿਹੜੇ ਟੀਕੇ ਦੀ ਲਾਈ ਜਾਵੇ, ਦੂਸਰੀ ਡੋਜ਼ ਵੀ ਉਸੇ ਟੀਕੇ ਦੀ ਲਾਈ ਜਾਵੇ, ਅਲੱਗ ਬ੍ਰਾਂਡ ਦਾ ਟੀਕਾ ਨਾ ਲਵਾਇਆ ਜਾਵੇ। ਫਿਰ ਸਾਡੇ ਦੇਸ਼ ਦੀ ਸਮਰੱਥਾ ਦੇ ਉੱਤੇ ਵੀ ਕਈ ਵਾਰੀ ਸਵਾਲ ਆਉਂਦੇ ਆ ਕਿ ਕੀ ਵੈਕਸੀਨ ਨੂੰ ਸਟੋਰ ਕਰਨ ਦਾ, ਟਰਾਂਸਪੋਰਟ ਕਰਨ ਦਾ, ਟੈਂਪਰੇਚਰ ਮੇਨਟੇਨ ਕਰਨ ਦਾ ਇੰਤਜ਼ਾਮ ਹੈ। ਤਾਂ ਮੈਂ ਸਾਰਿਆਂ ਨੂੰ ਅਸ਼ੋਰ ਕਰਾਉਣਾ ਚਾਹੂੰਗਾ ਕਿ ਇੰਡੀਆ ਇਸ ਚੀਜ਼ 'ਚ ਸક્ષਮ ਹੈ, ਸਮਰੱਥ ਹੈ। ਅਸੀਂ ਦੁਨੀਆ ਦਾ ਸਭ ਤੋਂ ਵੱਡਾ ਇਮਿਊਨਾਈਜੇਸ਼ਨ ਪ੍ਰੋਗਰਾਮ ਚਲਾ ਰਹੇ ਹਾਂ। ਪਹਿਲਾਂ ਹੀ ਅਸੀਂ ਕਈ ਡਿਜ਼ੀਜ਼ਸ ਦੇ ਲਈ ਇਮਿਊਨਾਈਜੇਸ਼ਨ ਕਰਦੇ ਹਾਂ, ਤਾਂ ਜਿਹਦੇ 'ਚ ਤਕਰੀਬਨ 2.6 ਕਰੋੜ ਨਵਜੰਮੇ ਬੱਚੇ ਹੁੰਦੇ ਆ, 2.9 ਕਰੋੜ ਗਰਭਵਤੀ ਮਾਵਾਂ ਹੁੰਦੀਆਂ ਜਿਨ੍ਹਾਂ ਨੂੰ ਵੈਕਸੀਨੇਸ਼ਨ ਕੀਤੀ ਜਾਂਦੀ ਹੈ। ਤਾਂ ਇਸ ਕਰਕੇ ਇਸ ਚੀਜ਼ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਚਾਹੀਦੀ। ਇਹਦੀ ਪੂਰੀ ਪ੍ਰੀਕਾਸ਼ਨ ਲੈ ਕੇ ਹੀ, ਸਾਰਾ ਅਰੇਂਜਮੈਂਟ ਕਰਕੇ ਹੀ ਵੈਕਸੀਨੇਸ਼ਨ ਕੀਤੀ ਜਾਵੇਗੀ। ਜਿਹੜਾ ਵੈਕਸੀਨ ਸਾਡੇ ਇੱਥੇ ਇੰਡੀਆ 'ਚ ਇੰਟਰੋਡਿਊਸ ਹੋਏਗਾ ਉਹ ਇਕੁਅਲੀ ਇਫੈਕਟਿਵ ਹੋਏਗਾ ਜਿਹੜਾ ਕਿ ਬਾਹਰਲੇ ਦੇਸ਼ਾਂ ਵਿੱਚ ਦਿੱਤਾ ਜਾ ਰਿਹਾ ਹੈ ਜਾਂ ਦਿੱਤਾ ਜਾਵੇਗਾ। ਉਸ ਤੋਂ ਬਾਅਦ ਕਈਆਂ ਦੇ ਮਨ 'ਚ ਆਏਗਾ ਕਿ ਮੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਮੈਂ ਵੈਕਸੀਨ ਲਵਾ ਸਕਦਾ ਕਿ ਨਹੀਂ ਲਵਾ ਸਕਦਾ। ਤਾਂ ਉਹਦੇ 'ਚ ਇਹ ਹੈ ਕਿ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ, ਉਹਦੇ ਉੱਪਰ ਹੀ ਤੁਹਾਨੂੰ ਇਨਫੋਰਮੇਸ਼ਨ ਆਵੇਗੀ ਕਿੱਥੇ ਜਾ ਕੇ ਟੀਕਾ ਲਵਾਉਣਾ ਹੈ, ਕਦੋਂ ਲਵਾਉਣਾ ਹੈ, ਕਿਸ ਦਿਨ ਲਵਾਉਣਾ ਹੈ, ਉਹਦੇ ਅਨੁਸਾਰ ਤੁਸੀਂ ਜਾ ਕੇ ਲਵਾਉਣਾ ਹੈ। ਜਦੋਂ ਟੀਕਾ ਲਵਾਉਣ ਆਉਣਾ ਹੈ ਉਸ ਵੇਲੇ ਤੁਹਾਡੇ ਕੋਲੇ ਕੋਈ ਵੀ ਆਪਣਾ ਆਈਡੈਂਟੀਟੀ ਦਾ ਪ੍ਰੂਫ, ਜਿਵੇਂ ਕਿ ਆਧਾਰ ਕਾਰਡ ਹੈ, ਡਰਾਈਵਿੰਗ ਲਾਇਸੈਂਸ ਹੈ, ਵੋਟਰ ID ਹੈ, ਪੈਨ ਕਾਰਡ ਹੈ, ਪਾਸਪੋਰਟ ਹੈ, ਜੌਬ ਕਾਰਡ ਹੈ, ਕੋਈ ਪੈਨਸ਼ਨ ਦਾ ਡਾਕੂਮੈਂਟ ਹੈ, ਉਹ ਤੁਸੀਂ ਲਿਆ ਕੇ, ਜਾਂ ਕੋਈ ਮਨਰੇਗਾ ਕਾਰਡ ਹੈ ਉਹ ਸ਼ੋਅ ਕੀਤਾ ਜਾ ਸਕਦਾ ਹੈ। ਆਪਣਾ ਮਹਿਕਮੇ ਦਾ ਆਈਡੈਂਟੀਟੀ ਕਾਰਡ ਵੀ ਦਿਖਾਇਆ ਜਾ ਸਕਦਾ ਹੈ। ਇਸ ਦੇ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਪਵੇਗੀ। ਇੱਕ ਕੋਵਿਨ ਐਪ ਹੈ, ਉਹਦੇ ਉੱਪਰ ਰਜਿਸਟ੍ਰੇਸ਼ਨ ਕਰਕੇ ਰਜਿਸਟਰ ਕੀਤਾ ਜਾਵੇਗਾ। ਫੋਟੋ ID ਜ਼ਰੂਰੀ ਹੈ। ਜਦੋਂ ਵੀ ਟੀਕਾ ਲਵਾਉਣ ਆਓ ਆਪਣੀ ID ਨਾਲ ਲੈ ਕੇ ਆਓ। ਜਦੋਂ ਦੋਨੋਂ ਟੀਕੇ ਲੱਗ ਜਾਣਗੇ ਉਸ ਤੋਂ ਬਾਅਦ ਤੁਹਾਨੂੰ SMS ਦੇ ਜ਼ਰੀਏ ਜਾਣਕਾਰੀ ਆਵੇਗੀ ਔਰ QR ਬੇਸਡ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ। ਸੈਸ਼ਨ ਸਾਈਟ ਤੇ ਜਦੋਂ ਟੀਕਾ ਲਵਾਉਣ ਆਉਣਾ ਹੈ ਤਾਂ ਕੋਵਿਡ ਨਾਲ ਸੰਬੰਧਿਤ ਸਾਰੀਆਂ ਪ੍ਰੀਕਾਸ਼ਨਸ ਪਹਿਲਾਂ ਦੀ ਤਰ੍ਹਾਂ ਹੀ ਰੱਖਣੀਆਂ। ਹੱਥ ਧੋਣੇ ਹੈ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ, ਮਾਸਕ ਲਾ ਕੇ ਰੱਖਣਾ ਹੈ। ਵੈਕਸੀਨ ਦੇ ਸਾਈਡ ਇਫੈਕਟਸ, ਜੋ ਆਮ ਕਾਮਨ ਸਾਈਡ ਇਫੈਕਟਸ ਬਾਕੀ ਵੈਕਸੀਨਸ ਦੇ ਹੁੰਦੇ ਆ, ਜਿਵੇਂ ਕਿ ਮਾਮੂਲੀ ਬੁਖਾਰ, ਸਰੀਰ ਟੁੱਟਣਾ, ਇਹ ਹੋ ਸਕਦੇ ਹੈ, ਜਾਂ ਇੰਜੈਕਸ਼ਨ ਵਾਲੀ ਜਗ੍ਹਾ ਤੇ ਥੋੜਾ ਪੇਨ ਹੋ ਸਕਦਾ ਹੈ, ਉਹ ਨਾਰਮਲ ਹੈ। ਉਸ ਨੂੰ ਲੈ ਕੇ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜੇ ਕਿਸੇ ਨੂੰ ਕੋਈ ਐਡਵਰਸ ਇਫੈਕਟ ਹੁੰਦਾ ਹੈ ਵੈਕਸੀਨ ਦੇ ਨਾਲ ਸੰਬੰਧਿਤ, ਉਹਦੇ ਲਈ ਵੀ ਸਾਡੇ ਵੱਲੋਂ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ। ਫਿਰ ਇੱਕ ਸਵਾਲ ਆਇਆ ਕਿ ਜਿਨ੍ਹਾਂ ਨੂੰ ਕੋਈ ਇਲਨੈਸ ਹੈ, ਜਿੱਦਾਂ ਕੈਂਸਰ ਹੈ, ਡਾਇਬੀਟੀਜ਼ ਹੈ, ਬਲੱਡ ਪ੍ਰੈਸ਼ਰ ਹੈ, ਕੀ ਉਹ ਵੈਕਸੀਨ ਲੈ ਸਕਦੇ ਹੈ? ਤਾਂ ਉਹਦਾ ਇਹ ਹੈ ਕਿ ਜ਼ਰੂਰ ਵੈਕਸੀਨ ਲੈ ਸਕਦੇ ਆ, ਜ਼ਰੂਰ ਲੈਣਾ ਚਾਹੀਦਾ ਹੈ। ਉਹਨਾਂ ਨੂੰ ਸਗੋਂ ਜ਼ਿਆਦਾ ਜ਼ਰੂਰਤ ਹੈ। ਦੋ ਡੋਜ਼ਸ 28 ਦਿਨ ਦੇ ਵਕਫੇ ਨਾਲ ਦੇਣੀਆਂ। ਬਾਕੀ ਹੋਰ ਕੋਈ ਸਵਾਲ ਹੈ? ਛੋਟੇ ਬੱਚਿਆਂ ਨੂੰ, ਹਾਂਜੀ, ਛੋਟੀ ਉਮਰ ਦੇ ਬੱਚਿਆਂ ਨੂੰ ਟੀਕੇ ਨਹੀਂ ਲਾਏ ਜਾਣਗੇ। ਫਿਲਹਾਲ ਜੋ ਪ੍ਰੋਗਰਾਮ ਹੈ ਉਹ 18 ਸਾਲ ਤੋਂ ਉੱਪਰ ਦੇ ਵਿਅਸਕ ਲੋਕਾਂ ਨੂੰ ਹੀ ਇਹ ਟੀਕੇ ਲਾਏ ਜਾਣੇ ਹੈ। 8 ਜਨਵਰੀ ਨੂੰ ਜਿਹੜਾ ਡਰਾਈ ਰਨ ਹੈ ਇਹ ਬਰਨਾਲਾ, ਮਹਿਲ ਕਲਾਂ ਤੇ ਤਪਾ 3 ਸੈਂਟਰਸ ਦੇ ਵਿੱਚ ਅਸੀਂ ਕੈਰੀ ਆਊਟ ਕਰਾਂਗੇ। ਉੱਥੇ ਐਕਚੁਅਲੀ ਟੀਕੇ ਨਹੀਂ ਲਗਾਏ ਜਾਣੇ, ਉਹ ਸਿਰਫ ਇੱਕ ਤਰ੍ਹਾਂ ਦੀ ਰਿਹਰਸਲ ਹੀ ਕੀਤੀ ਜਾਵੇਗੀ।
ਧੰਨਵਾਦ।